राग महला तीजा, बिन गुर रोग न टुटई, हਉ मैं भीड़ न जाए। गुर प्रसादी मन वसै, नामे रह समाए। गुर शब्दी हर पाईऐ, बिन शब्दै भरम भुलाए। मन रे निज कर वासा होए, राम नाम सलाह तू, फिर आवन जान न होए। रहाओ हर इको दाता वरतदा, दूजा अवर न कोए। शब्द सलाही मन वसै, सहजे ही सुख होए। सब नदरी अंदर वेखदा, जै भावै तै दे। हਉ मैं सब्बा गणत है, गणतै नू सुख नाही। बिकी कार कमावणी, बिख ही माहे समाहे। बिन नामै ठौर न पाएनी, जमपुर दुख सहाए। जियो पिन सब तिसदा, तिसै दा आधार। गुर प्रसादी बुझिए, तां पाए मोख द्वार। नानक नाम सलाह तू, अंत न पारवार। श्री गुरु अमरदास जी महाराज ਦਾ ਇਹ ਢੰਗ, ਇਹ ਤਰੀਕਾ, ਇਹ ਟੈਕਨੀਕ ਬਹੁਤ ਪ੍ਰਭਾਵਸ਼ਾਲੀ ਕਿ ਜਦੋਂ ਤੀਕਰ ਮਨੁੱਖ ਆਪਣੇ ਮਨ ਨੂੰ ਮਨਾ ਨਹੀਂ ਲੈਂਦਾ, ਇਹਨੂੰ ਸਹਿਮਤ ਨਹੀਂ ਕਰ ਲੈਂਦਾ, ਇਹਦੇ ਕੀਤੇ ਹੋਏ ਕੰਮ ਅਧੂਰੇ ਹਨ। ਚਾਹੇ ਉਹ ਪਾਠ ਹੋਵੇ, ਚਾਹੇ ਉਹ ਸਿਮਰਨ ਹੋਵੇ, ਚਾਹੇ ਉਹ ਸੇਵਾ ਹੋਵੇ, ਚਾਹੇ ਭਗਤੀ ਦਾ ਕੋਈ ਚੰਗਾ ਅੰਗ ਹੋ। ਜੇ ਮਨ ਸਹਿਮਤ ਹੈ ਤਾਂ ਉਹਦੇ ਵਿੱਚ ਆਨੰਦ ਆਏਗਾ। ਇਸੇ ਲਈ ਭਗਤ ਕਬੀਰ ਜੀ ਦਾ ਫਰਮਾਨ ਹੈ, ਕਹੋ ਕਬੀਰ ਅਬ ਜਾਣਿਆ, ਜਬ ਜਾਣਿਆ ਤੋ ਮਨ ਮਾਨਿਆ। ਮਨ ਮਾਨੇ ਲੋਗ ਨਾ ਭਤੀਜੈ, ਨਾ ਭਤੀਜੈ ਤੋ ਕਿਆ ਕੀਜੈ। ਮਨ ਨੂੰ ਮਨਾਉਣਾ ਬਹੁਤ ਜ਼ਰੂਰੀ ਹੈ। ਸੱਚਮੁੱਚ ਆਪ ਆਪਣੇ ਅੰਦਰ ਝਾਤ ਮਾਰ ਕੇ ਦੇਖੀਏ, ਜਦੋਂ ਮਨ ਕਿਸੇ ਕੰਮ ਨੂੰ ਕਰਨ ਲਈ ਤਿਆਰ ਹੁੰਦਾ ਹੈ, ਫਿਰ ਬੜਾ ਉਤਸ਼ਾਹ ਹੁੰਦਾ, ਬੜਾ ਚਾਅ ਹੁੰਦਾ। ਤੇ ਜਦੋਂ ਕੋਈ ਦੋ ਚਿੱਤੇਪਨ ਨਾਲ ਕੰਮ ਕਰਦਾ, ਤੇ ਭਗਤ ਜੀ ਕਹਿੰਦੇ ਨੇ, ਦੋ ਚਿੱਤੇ ਕੀ ਦੋਏ ਥੂਨ ਗਿਰਾਨੀ, ਮੋਹ ਬਲੇਡਾ ਟੂਟਾ। ਜਿਹੜਾ ਦੋ ਚਿੱਤਾ ਮਨੁੱਖ ਹੈ, ਉਹਦੇ ਦੋਵੇਂ ਪਾਸੇ ਗੁਆਚ ਜਾਂਦੇ। ਇਸ ਲਈ ਸਤਿਗੁਰੂ ਗੁਰੂ ਅਮਰਦਾਸ ਜੀ ਦਾ ਇਹ ਤਰੀਕਾ ਬਹੁਤ ਪ੍ਰਸੰਨ ਕਰਨ ਵਾਲਾ, ਪ੍ਰਭਾਵਸ਼ਾਲੀ ਹੈ। ਮਨ ਰੇ ਨਿਜ ਘਰ ਵਾਸਾ ਹੋਏ, ਰਾਮ ਨਾਮ ਸਲਾਹ ਤੂੰ, ਫਿਰ ਆਵਣ ਜਾਣ ਨਾ ਹੋਏ। ਇਹ ਜਿਹੜਾ ਆਵਣ ਜਾਣ ਹੈ, ਇਹ ਜੰਮਣ ਮਰਨ ਵਾਸਤੇ ਵੀ ਵਰਤਿਆ ਜਾਂਦਾ, ਆਵਣ ਜਾਣ ਭਟਕਣਾ ਵਾਸਤੇ ਵੀ ਵਰਤਿਆ ਜਾਂਦਾ। ਕਿਉਂਕਿ ਮਨੁੱਖੀ ਮਨ ਦਾ ਇਹ ਸੁਭਾਵ ਹੈ, ਕਬਹੂ ਜੀੜਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤਾ ਹੈ, ਚਾਰੇ ਕੁੰਡਾਂ ਭਾਲੇ। ਇਹ ਆਵਣ ਜਾਣ ਹੈ। ਔਰ ਮੇਰੇ ਖਿਆਲ ਵਿੱਚ ਅਧਿਆਤਮਵਾਦ ਦੀ ਦੁਨੀਆ ਵਿੱਚ ਤਾਂ ਸਭ ਲੋਕ ਇੱਕੋ ਹੀ ਸ਼ਿਕਾਇਤ ਕਰ ਰਹੇ ਹਨ, ਅਸੀਂ ਜੀ ਤੁਹਾਡੀ ਪ੍ਰੇਰਨਾ ਨਾਲ, ਗੁਰੂ ਦੀ ਸਿੱਖਿਆ ਨਾਲ ਨਿਤਨੇਮ ਕਰਦੇ ਹਾਂ, ਸਿਮਰਨ ਕਰਦੇ ਹਾਂ, ਪਰ ਮਨ ਨਹੀਂ ਟਿਕਦਾ। ਇਸ ਲਈ ਬੜਾ ਹੀ ਜ਼ਰੂਰੀ ਹੈ ਕਿ ਮਨ ਨੂੰ ਟਿਕਾਇਆ ਜਾਏ। ਤੇ ਮਨ ਟਿਕੇਗਾ ਉਸ ਦਿਨ ਜਿਸ ਦਿਨ ਮਨ ਨੂੰ ਸਮਝ ਆਵੇਗੀ। ਕਿਉਂਕਿ ਅਸੀਂ ਆਮ ਜ਼ਿੰਦਗੀ ਵਿੱਚ ਦੇਖਦੇ ਹਾਂ, ਜਿਹੜੇ ਕੰਮ ਨੂੰ ਮਨੁੱਖੀ ਮਨ ਜ਼ਰੂਰੀ ਸਮਝਦਾ ਹੈ, ਉਹ ਕਰਨ ਲਈ ਤਿਆਰ ਹੋ ਜਾਂਦਾ, 100 ਕੰਮ ਛੱਡ ਦਿੰਦਾ, ਆਂਦਾ ਇਹ ਬੜਾ ਜ਼ਰੂਰੀ ਹੈ। ਜਿਵੇਂ ਅਸੀਂ ਕੋਈ ਟ੍ਰੇਨ ਫੜਨੀ ਹੈ,
ਕਿਸੇ ਫਲਾਈਟ ਤੇ ਜਾਣਾ ਹੈ, ਅਸੀਂ 100 ਕੰਮ ਛੱਡ ਕੇ ਤੁਰ ਪੈਂਦੇ। ਨਹੀਂ ਜੀ, ਬੜਾ ਜ਼ਰੂਰੀ ਹੈ। ਇਸੇ ਤਰ੍ਹਾਂ ਮਨ ਨੂੰ ਇਹ ਸਮਝਾਉਣਾ, ਹੇ ਮਨਾ, ਤੇਰੀ ਭਟਕਣਾ ਉਦਣ ਹੀ ਮੁੱਕ ਸਕਦੀ। ਮਨ ਰੇ ਨਿਜ ਘਰ ਵਾਸਾ ਹੋਏ। ਘਰ ਦੇ ਰਾਰੇ ਨੂੰ ਸਿਆਰੀ ਹੈ। ਨਿਜ ਦਾ ਮਤਲਬ ਹੈ ਆਪਣੇ ਘਰ ਵਿੱਚ, ਆਪਣੇ ਸਰੂਪ ਵਿੱਚ ਤੇਰਾ ਵਾਸਾ ਹੋਵੇਗਾ। ਕਦੋਂ? ਰਾਮ ਨਾਮ ਸਲਾਹ ਤੂੰ, ਫਿਰ ਆਵਣ ਜਾਣ ਨਾ ਹੋਏ। ਜੇ ਤੂੰ ਅਭਿਆਸ ਕਰੇ, ਉੱਠਦਿਆਂ ਬਹਿੰਦਿਆਂ ਤੁਰਦਿਆਂ ਫਿਰਦਿਆਂ ਪਰਮਾਤਮਾ ਦੇ ਨਾਮ ਨੂੰ ਸਲਾਹਣਾ ਕਰੇ। ਬਾਬਾ ਨਾਨਕ ਜੀ ਤੇ ਫਰਮਾਉਂਦੇ ਨੇ, ਜਿਸ ਨੂੰ ਬਖਸ਼ੇ ਸਿਫਤ ਸਾਲਾ, ਨਾਨਕ ਪਾਤਸ਼ਾਹੀ ਪਾਤਸ਼ਾਹ। ਮਨ ਜੀਤੈ ਜਗ ਜੀਤ। ਭਾਵ ਜਦੋਂ ਮਨ ਮੰਨ ਗਿਆ ਤੇ ਪਰਮਾਤਮਾ ਦੀ ਸਿਫਤ ਸਲਾਹ ਵਿੱਚ ਲੱਗ ਗਿਆ, ਫਿਰ ਇਹਦਾ ਆਉਣ ਜਾਣਾ ਮੁੱਕ ਜਾਏ। ਮਨ ਰੇ ਨਿਜ ਘਰ ਵਾਸਾ ਹੋਏ। ਰਾਮ ਨਾਮ ਸਲਾਹ ਤੂੰ, ਫਿਰ ਆਵਣ ਜਾਣ ਨਾ ਹੋਏ। ਪਰ ਗੁਰਬਾਣੀ ਦੇ ਆਸ਼ੇ ਮੁਤਾਬਕ ਆਪਣੇ ਯਤਨ ਨਾਲ ਇਹ ਮਨ ਟਿਕਦਾ ਵੀ ਨਹੀਂ। ਮਹਾਂਪੁਰਸ਼ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਦਾ ਜੀਵਨ ਪੜ੍ਹਦਿਆਂ ਇਹ ਗੱਲ ਬੜੀ ਚੰਗੀ ਤਰ੍ਹਾਂ ਸਮਝ ਆਈ ਕਿ ਗੁਰਸਿੱਖ ਨੂੰ ਚਾਹੀਦਾ ਜੇ ਉਹ ਸਿਮਰਨ ਕਰਨ ਬੈਠੇ ਤੇ ਪਹਿਲਾਂ ਅਰਦਾਸ ਕਰੇ, ਜੇ ਨਿਤਨੇਮ ਕਰਨ ਬੈਠੇ ਤੇ ਪਹਿਲਾਂ ਅਰਦਾਸ ਕਰੇ। ਅਰਦਾਸ ਕਰਨ ਦੇ ਨਾਲ ਜਿਹਦੇ ਚਰਨਾਂ ਵਿੱਚ ਅਰਦਾਸ ਕੀਤੀ ਹੈ ਉਹਦਾ ਆਸਰਾ ਮਿਲ ਜਾਂਦਾ, ਉਹਦੀ ਟੇਕ ਮਿਲ ਜਾਂਦੀ ਹੈ। ਤੇ ਜਦੋਂ ਨਿਤਨੇਮ ਕਰ ਲਵੇ, ਸਿਮਰਨ ਕਰ ਲਵੇ, ਫਿਰ ਅਰਦਾਸ ਕਰੇ, ਹੇ ਵਾਹਿਗੁਰੂ, ਤੇਰੀ ਕਿਰਪਾ ਦੇ ਨਾਲ ਮੈਂ ਅੱਜ ਨਿਤਨੇਮ ਕਰ ਸਕਿਆ, ਤੇਰੀ ਬਖਸ਼ਿਸ਼ ਦੇ ਨਾਲ ਮੈਂ ਸਿਮਰਨ ਕੀਤਾ, ਅੱਗੋਂ ਵੀ ਕਿਰਪਾ ਕਰੀ। ਤੋ ਇਸ ਤਰ੍ਹਾਂ ਅਸੀਂ ਆਪਣੀ ਚਤੁਰਾਈ ਛੱਡ ਕੇ ਉਹਦੀ ਸ਼ਰਨ ਵਿੱਚ ਪੈ ਜਾਵਾਂਗੇ। ਮਨ ਰੇ ਨਿਜ ਘਰ ਵਾਸਾ ਹੋਏ। ਰਾਮ ਨਾਮ ਸਲਾਹ ਤੂੰ, ਫਿਰ ਆਵਣ ਜਾਣ ਨਾ ਹੋਏ। ਫਿਰ ਤੇਰੀ ਭਟਕਣਾ ਮੁੱਕ ਜਾਏ, ਫਿਰ ਤੇਰਾ ਜੰਮਣ ਮਰਨ ਦਾ ਚੱਕਰ ਖਤਮ ਹੋ ਜਾਏ। ਇਹ ਹੈ ਰਹਾਉ ਦੀ ਪੰਗਤੀ। ਹੁਣ ਪਾਤਸ਼ਾਹ ਆਰੰਭ ਤੋਂ ਫਰਮਾਉਂਦੇ ਨੇ, ਬਿਨ ਗੁਰ ਰੋਗ ਨਾ ਟੁੱਟਈ, ਹਉਮੈ ਪੀੜ ਨਾ ਜਾਏ। ਬਿਨਾਂ ਗੁਰੂ ਤੋਂ, ਭਾਵ ਬਿਨਾਂ ਗੁਰੂ ਦੇ ਦੱਸੇ ਹੋਏ ਰਾਹ ਤੋਂ, ਇਹ ਜਿਹੜਾ ਜੰਮਣ ਮਰਨ ਦਾ ਰੋਗ ਹੈ ਨਹੀਂ ਕੱਟਿਆ ਜਾਂਦਾ। ਔਰ ਮਨੁੱਖ ਦੇ ਮਨ ਵਿੱਚ ਜਿਹੜੀ ਹਉਮੈ ਦੀ ਪੀੜ ਹੈ ਨਾ, ਇਹ ਵੀ ਨਹੀਂ ਦੂਰ ਹੁੰਦੀ। ਲੋਕ ਦੇਖਦੇ ਹਨ ਪੁੰਨ ਕਰਕੇ, ਦਾਨ ਕਰਕੇ, ਤੀਰਥਾਂ ਤੇ ਜਾ ਕੇ ਕੰਮ ਤੇ ਚੰਗਾ ਕੀਤਾ, ਪਰ ਹਉਮੈ ਵੀ ਕਰ ਲੈਂਦੇ। ਔਰ ਉਹ ਹਉਮੈ ਦੀ ਪੀੜ ਜਿਹੜੀ ਹੈ ਉਹ ਇਸ ਜੰਮਣ ਮਰਨ ਦੇ ਆਉਣ ਜਾਣ ਦੇ ਚੱਕਰ ਤੋਂ ਮੁਕਤ ਨਹੀਂ ਦਵਾਉਂਦੀ। ਬਿਨ ਗੁਰ ਰੋਗ ਨਾ ਟੁੱਟਈ, ਭਾਵ ਗੁਰੂ ਦੇ ਦੱਸੇ ਰਾਹ ਤੇ ਚੱਲੇ ਤੋਂ ਬਿਨ। ਇਸੇ ਲਈ ਗੁਰਬਾਣੀ ਵਿੱਚ ਬਾਰ-ਬਾਰ ਜ਼ੋਰ ਦਿੱਤਾ ਜਾਂਦਾ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨ ਆਵੇ, ਗੁਰ ਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨ ਪਾਵੇ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ, ਗੁਰ ਕਰ ਸ਼ਬਦ ਸਪੁੰਨ, ਅਗਨ ਘਟੈ ਸਭ ਤੇਰੇ। ਬਿਨ ਗੁਰ ਰੋਗ ਨ ਟੁੱਟਈ, ਹਉਮੈ ਪੀੜ ਨ ਜਾਏ। ਗੁਰ ਪ੍ਰਸਾਦੀ ਮਨ ਵਸੈ, ਨਾਮੇ ਰਹਿ ਸਮਾਏ। ਗੁਰ ਪ੍ਰਸਾਦੀ, ਗੁਰੂ ਦੀ ਕਿਰਪਾ ਦੁਆਰਾ। ਇਹਨੂੰ ਪ੍ਰਸਾਦੀ ਨਹੀਂ ਪੜ੍ਹਨਾ, ਗੁਰ ਪ੍ਰਸਾਦੀ। ਗੁਰੂ ਦੀ ਕਿਰਪਾ ਦੇ ਨਾਲ ਮਨ ਵਸੈ, ਮਨ ਦੇ ਨੰਨੇ ਨੂੰ ਸਿਆਰੀ ਹੈ, ਮਨ ਵਿੱਚ ਪਰਮਾਤਮਾ ਦਾ ਨਾਮ ਵਸ ਜਾਏ, ਫਿਰ ਨਾਮੇ ਰਹਿ ਸਮਾਏ। ਫਿਰ ਇਹ ਮਨ
ਨਾਮ ਵਿੱਚ ਹੀ ਜੁੜਿਆ ਰਹਿੰਦਾ। ਕਿਰਤ ਕਰਨੀ ਮਾੜੀ ਨਹੀਂ, ਘਰ ਦੀਆਂ ਜ਼ਿੰਮੇਵਾਰੀਆਂ ਕਰਨੀਆਂ ਮਾੜੀਆਂ ਨਹੀਂ। ਇਹ ਸਭ ਕੁਝ ਕਰਦਿਆਂ ਹੋਇਆਂ ਵੀ ਫਿਰ ਮਨ ਨਾਮ ਨਾਲ ਜੁੜਿਆ ਰਹੇ। ਪਰ ਇਹ ਅਵਸਥਾ ਕਦੋਂ ਮਿਲੇਗੀ? ਗੁਰ ਸ਼ਬਦੀ ਹਰ ਪਾਈ ਹੈ, ਬਿਨ ਸ਼ਬਦ ਹੈ ਭਰਮ ਭੁਲਾਏ। ਅੱਜ ਬੜੇ ਖੇਦ ਨਾਲ ਕਹਿਣਾ ਪੈਂਦਾ ਹੈ ਕਿ ਸਾਡੇ ਵੱਡੇ ਵੱਡੇ ਆਗੂ ਨਿਤਨੇਮ ਨਹੀਂ ਕਰਦੇ, ਬਾਣੀ ਨਹੀਂ ਪੜ੍ਹਦੇ, ਦੂਜਿਆਂ ਨੂੰ ਤੇ ਲੈਕਚਰ ਕਰਦੇ ਨੇ, ਉਪਦੇਸ਼ ਕਰਦੇ ਨੇ ਤੁਸੀਂ ਨਿਤਨੇਮ ਕਰਿਆ ਕਰੋ, ਆਪ ਨਹੀਂ ਕਰਦੇ। ਨਤੀਜੇ ਵਜੋਂ ਉਹਨਾਂ ਦੀ ਗੱਲ ਦਾ ਅਸਰ ਹੀ ਨਹੀਂ ਹੁੰਦਾ। ਜਾਂ ਕਰਨੀ ਤਾਂ ਪੂਰੀ ਮਤ, ਕਰਨੀ ਬਾਝੋਂ ਘਟੇ ਘਟ, ਸਭਨਾ ਕਾ ਦਰ ਲੇਖਾ ਹੋਏ, ਕਰਨੀ ਬਾਝੋਂ ਤਰੇ ਨ ਕੋਏ। ਗੁਰ ਸ਼ਬਦੀ ਹਰ ਪਾਈ ਹੈ, ਬਿਨ ਸ਼ਬਦੈ ਭਰਮ ਭੁਲਾਏ। ਗੁਰੂ ਦੇ ਸ਼ਬਦ ਦੀ ਵਿਚਾਰ ਕਰਨ ਦੇ ਨਾਲ ਹਰੀ ਦੀ ਸੋਝੀ ਆਉਂਦੀ। ਜਿਹੜੇ ਲੋਕ ਇਹ ਕਹਿੰਦੇ ਹਨ ਕਿ ਬਾਣੀ ਪੜ੍ਹਨ ਦੀ ਕੋਈ ਲੋੜ ਨਹੀਂ, ਬਸ ਤੁਸੀਂ ਵਾਹਿਗੁਰੂ ਵਾਹਿਗੁਰੂ ਕਰੋ, ਉਹ ਬੜੇ ਭੁਲੇਖੇ ਵਿੱਚ ਹਨ। ਗੁਰੂ ਦੇ ਸ਼ਬਦ ਦੀ ਵਿਚਾਰ ਕਰਨ ਨਾਲ ਸਾਨੂੰ ਜੁਗਤੀ ਪ੍ਰਾਪਤ ਹੁੰਦੀ, ਸਾਨੂੰ ਅਗਵਾਈ ਮਿਲਦੀ ਹੈ। ਪਰਮਾਤਮਾ ਨੂੰ ਕਿਉਂ ਯਾਦ ਕਰਨਾ ਹੈ, ਕਿਵੇਂ ਯਾਦ ਕਰਨਾ ਹੈ, ਯਾਦ ਕਰਨ ਨਾਲ ਕੀ ਹੋਵੇਗਾ। ਇਸ ਲਈ ਪਾਤਸ਼ਾਹ ਕਹਿੰਦੇ ਗੁਰ ਸ਼ਬਦੀ ਹਰ ਪਾਈ ਹੈ, ਬਿਨ ਸ਼ਬਦ ਹੈ ਭਰਮ ਭੁਲਾਏ। ਸ਼ਬਦ ਤੋਂ ਬਿਨਾਂ ਭਰਮ ਭੁਲਾਏ। ਭਰਮ ਦੇ ਮੰਮੇ ਨੂੰ ਸਿਹਾਰੀ ਹੈ, ਭਰਮ ਵਿੱਚ ਭੁੱਲੇ ਰਹਿੰਦੇ। ਮਨ ਰੇ ਨਿਜ ਕਰਵਾਤਾ ਹੋਏ, ਰਾਮ ਨਾਮ ਸਾਲਾਹ ਤੂੰ, ਫਿਰ ਆਵਣ ਜਾਣ ਨਾ ਹੋਏ। ਹੁਣ ਇਹ ਜਿਹੜਾ ਸਾਲਾਹ ਹੈ, ਇਹਦੇ ਹਾਏ ਨੂੰ ਸਿਹਾਰੀ ਵੇਖ ਕੇ ਕਈ ਪ੍ਰੇਮੀਆਂ ਨੂੰ ਸਾਲਾਹ ਹੈ ਪੜ੍ਹਦੇ ਨੇ। ਅਸਲ ਵਿੱਚ ਇਹ ਹਾਏ ਨੂੰ ਸਿਹਾਰੀ ਕਿਰਿਆ ਵਰਬ ਹੈ। ਰਾਮ ਦੇ ਨਾਮ ਨੂੰ ਸਲਾਹੁਣਾ ਕਰ, ਫਿਰ ਆਮਣ ਜਾਣ ਨਾ ਹੋਏ। ਜੇ ਤੂੰ ਇਸ ਤਰੀਕੇ ਨਾਲ ਕਰੇਗਾ ਫਿਰ ਤੇਰਾ ਇਹ ਜੰਮਣ ਮਰਨ ਦਾ ਚੱਕਰ ਵੀ ਮੁੱਕ ਜਾਏ। ਰਹਾਓ ਹਰ ਇੱਕੋ ਦਾਤਾ ਵਰਤਦਾ, ਦੂਜਾ ਅਵਰ ਨ ਕੋਏ। ਸ਼ਬਦ ਦੀ ਵਿਚਾਰ ਕਰਨ ਨਾਲ ਸਮਝ ਆਵੇਗੀ ਕਿ ਇਸ ਸਾਰੇ ਸੰਸਾਰ ਦੇ ਅੰਦਰ ਇੱਕੋ ਇੱਕ ਦਾਤਾ ਹੈ। ਦਾਤੇ ਦਾ ਮਤਲਬ ਹੈ ਦੇਣ ਵਾਲਾ, ਕੋਈ ਦੂਜਾ ਉਸ ਦਾ ਸ਼ਰੀਕ ਨਹੀਂ ਹੈਗਾ। ਗੁਰਬਾਣੀ ਇਸ ਗੱਲ ਦੀ ਬਾਰ-ਬਾਰ ਸਮਝਾਉਂਦੀ, ਗਿਆਨ ਕਰਾਉਂਦੀ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਨ ਹਾਰ, ਦਿਨ ਦੇ ਟੋਟ ਨ ਆਵਈ, ਅਗਣਤ ਪਰੇ ਭੰਡਾਰ। ਹਰ ਇੱਕੋ ਦਾਤਾ ਵਰਤਦਾ, ਦੂਜਾ ਅਵਰ ਨ ਕੋਏ। ਉਸ ਇੱਕ ਤੋਂ ਬਿਨਾਂ ਹੋਰ ਦੂਜਾ ਕੋਈ ਹੈ ਹੀ ਨਹੀਂ। ਪਰ ਅੱਜ ਦੇਖਣ ਵਿੱਚ ਆਉਂਦਾ ਕਿ ਮਨੁੱਖ ਉਸ ਇੱਕ ਦਾ ਪੱਲਾ ਛੱਡ ਕੇ ਪਤਾ ਨਹੀਂ ਕਿਤਨੇ ਦਰਵਾਜ਼ੇ ਲਈ ਫਿਰਦਾ, ਪਤਾ ਨਹੀਂ ਕਿੱਥੇ ਕਿੱਥੇ ਭਟਕ ਰਿਹਾ ਹੈ। ਪਰ ਜਦੋਂ ਸ਼ਬਦ ਦੀ ਵਿਚਾਰ ਕਰੇਗਾ ਇਹਨੂੰ ਸਮਝ ਆ ਜਾਏ। ਹਰ ਇੱਕੋ ਦਾਤਾ ਵਰਤਦਾ, ਦੂਜਾ ਅਵਰ ਨ ਕੋਏ। ਉਸ ਇੱਕ ਤੋਂ ਬਿਨਾਂ ਦੂਜਾ ਹੋਰ ਕੋਈ ਹੈ ਹੀ ਨਹੀਂ। ਸ਼ਬਦ ਸਲਾਹੀ ਮਨ ਵਸੈ, ਸਹਿਜੇ ਹੀ ਸੁਖ ਹੋਏ। ਸ਼ਬਦ ਦੁਆਰਾ, ਸ਼ਬਦ ਦੀ ਵਿਚਾਰ ਕਰਕੇ ਜਦੋਂ ਉਸ ਪਰਮਾਤਮਾ ਦੀ ਸਿਫਤ ਸਲਾਹ ਕਰੇਗਾ ਫਿਰ ਮਨ ਵਸੈ। ਮਨ ਦੇ ਨੰਨੇ ਨੂੰ ਸਿਹਾਰੀ ਹੈ, ਮਨ ਵਿੱਚ ਉਹ ਵਸ ਜਾਏ। ਔਰ ਸਹਿਜੇ ਹੀ ਸੁਖ ਹੋਏ, ਫਿਰ ਪਤਾ ਵੀ ਨਹੀਂ ਲੱਗੇਗਾ, ਸਹਿਜ ਸੁਭਾਏ ਸੁਖ ਆ ਜਾਏਗਾ। ਤਾਂ ਹੀ ਗੁਰੂ ਅਮਰਦਾਸ ਜੀ ਕਹਿੰਦੇ ਨੇ, ਭਾਈ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਘੁਮਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸ਼ਬਦ ਸਲਾਹੀ ਮਨ ਵਸੈ, ਸਹਿਜੇ ਹੀ ਸੁਖ ਹੋਏ। ਸਭ ਨਦਰੀ ਅੰਦਰ ਵੇਖਦਾ, ਜੈ ਭਾਵੈ ਤੈ ਦੇ। ਸਾਰੀ ਸ੍ਰਿਸ਼ਟੀ ਨੂੰ ਉਹ ਆਪਣੀ ਨਜ਼ਰ ਦੇ ਵਿੱਚ ਵੇਖਦਾ ਹੈ। ਮਤ ਸਮਝੋ ਕਿ ਉਹਨੂੰ ਪਤਾ ਨਹੀਂ।
ਜਿਹੜੇ ਲੋਕ ਅੰਦਰੋਂ ਹੋਰ ਤੇ ਬਾਹਰੋਂ ਹੋਰ ਨੇ ਉਹ ਵੀ ਦੇਖਦਾ। ਗੁਰੂ ਰਾਮਦਾਸ ਜੀ ਦਾ ਬਚਨ ਹੈ, ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਬਹੰਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ, ਜਿਨਾ ਅੰਤਰ ਕਪਟ ਵਿਕਾਰ ਹੈ, ਤਿਨਾ ਰੋਏ ਕਿਆ ਕੀਜੈ। ਹਰ ਕਰਤਾ ਸਭ ਕੁਛ ਜਾਣਦਾ, ਸਿਰ ਰੋਗ ਹੱਥ ਦੀਜੈ। ਆਪਣੀਆਂ ਕਮਜ਼ੋਰੀਆਂ ਤੇ ਭਾਵੇਂ ਕਿਤਨੇ ਪਰਦੇ ਪਾ ਲਓ, ਸਭ ਨਦਰੀ ਅੰਦਰ ਵੇਖਦਾ। ਉਹ ਵਾਹਿਗੁਰੂ ਸਭ ਨੂੰ ਦੇਖ ਰਿਹਾ। ਜੈ ਭਾਵੈ ਤੈ ਦੇ। ਫਿਰ ਉਹਨੂੰ ਇਹ ਵੀ ਪਤਾ ਹੈ ਕਿਹੜਾ ਸੱਚੇ ਮਨੋਂ ਕਰ ਰਿਹਾ, ਕਿਹੜਾ ਦਿਖਾਵੇ ਨਾਲ ਕਰ ਰਿਹਾ, ਕਿਹੜਾ ਪਾਖੰਡ ਕਰ ਰਿਹਾ, ਕਿਹੜਾ ਭਾਵ ਭਗਤੀ ਕਰ ਰਿਹਾ। ਤੋ ਜਿਹੜੇ ਬੰਦੇ ਇਹ ਦ੍ਰਿੜ ਕਰ ਲੈਂਦੇ ਨੇ ਕਿ ਉਹ ਮਾਲਕ ਸਾਨੂੰ ਦੇਖ ਰਹੇ, ਫਿਰ ਉਹਨਾਂ ਤੇ ਮਾਲਕ ਦੀ ਕਿਰਪਾ ਹੋ ਜਾਂਦੀ। ਜੈ ਭਾਵੈ ਤੈ ਦੇ। ਉਹ ਫਿਰ ਜਿਹਦੇ ਤੇ ਦਿਆਲ ਹੁੰਦਾ ਉਹਨੂੰ ਇਹ ਅਵਸਥਾ ਬਖਸ਼ਦਾ। ਫਿਰ ਤੀਜੇ ਪਦ ਵਿੱਚ ਮਹਾਰਾਜ ਫਰਮਾਉਂਦੇ ਨੇ, ਹਉਮੈ ਸਭਾ ਗਣਤ ਹੈ, ਗਣਤੈ ਨੂੰ ਸੁਖ ਨਾਹੀ। ਯਾਦ ਰੱਖੋ, ਇਹ ਜਿਹੜੀ ਹਉਮੈ ਹੈ ਇਹ ਸਭਾ ਗਣਤ ਹੈ, ਭਾਵ ਗਿਣਤੀਆਂ ਮਿਣਤੀਆਂ ਇਹ ਹਉਮੈ ਦਾ ਕਾਰਨ ਹਨ। ਆਮ ਦੇਖੀਦਾ, ਮੈਂ ਇਤਨੇ ਪਾਠ ਕੀਤੇ, ਅੱਜ ਬੜਾ ਰਿਵਾਜ ਚੱਲ ਗਿਆ, ਤੁਸੀਂ ਇੰਨੇ ਪਾਠ ਕਰੋ ਜੀ, ਫਿਰ ਇੰਨੇ ਪਾਠ ਵੰਡ ਦਿਓ, ਫਿਰ ਇੰਨੇ ਕਰਕੇ ਸਾਨੂੰ ਤੁਸੀਂ ਲਿਖਾਓ। ਇਹ ਸਭ ਹਉਮੈ ਦਾ ਕਾਰਨ ਹੈ। ਇਹ ਗਿਣਤੀਆਂ ਮਿਣਤੀਆਂ ਗੁਰੂ ਘਰ ਵਿੱਚ ਬਿਲਕੁਲ ਪ੍ਰਵਾਨ ਨੇ। ਇੱਥੇ ਤੱਕ ਕਿ ਏਕ ਚਿੱਤ ਜੇ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਤੇ ਜਿਹੜੀਆਂ ਇਹ ਗਿਣਤੀਆਂ ਮਿਣਤੀਆਂ ਕਰਨੀਆਂ ਨੇ, ਇਹ ਜਿਹੜੇ ਹਿਸਾਬ ਕਿਤਾਬ ਰੱਖਣੇ ਨੇ, ਹਉਮੈ ਸਭਾ ਗਣਤ ਹੈ, ਗਣਤੈ ਨੂੰ ਸੁਖ ਨਾਹੀ। ਇਹਨਾਂ ਗਿਣਤੀਆਂ ਕਰਨ ਵਾਲਿਆਂ ਨੂੰ ਕਦੇ ਵੀ ਸੁੱਖ ਨਹੀਂ ਹੋ ਸਕਦਾ। ਉਹਨਾਂ ਦਾ ਧਿਆਨ ਤੇ ਗਿਣਤੀਆਂ ਵਿੱਚ ਹੀ ਰਹਿੰਦਾ। ਭਾਈ ਗੁਰਦੇਵ ਕਹਿੰਦੇ ਨੇ, ਗਿਣਤੀਆਂ ਤੋਂ ਉੱਚੇ ਉੱਠੋ। ਇਹ ਆਪਣਾ ਫਰਜ਼ ਜਾਣ ਕੇ ਉਸ ਦੇ ਗੁਣ ਗਾਓ। ਸਾਡੀ ਡਿਊਟੀ ਹੈ, ਸਾਡਾ ਫਰਜ਼ ਹੈ ਕਿ ਜਿਸ ਮਾਲਕ ਨੇ ਸਾਨੂੰ ਇਹ ਸਭ ਕੁਝ ਦਿੱਤਾ ਅਸੀਂ ਉਹਨੂੰ ਭੁਲਾਈਏ ਨਾ। ਸੋ ਕਿਉਂ ਵਿਸਰੈ ਜਿਨ ਸਭ ਕੁਛ ਦੀਆ, ਸੋ ਕਿਉਂ ਵਿਸਰੈ ਜੇ ਜੀਵਨ ਜੀਆ। ਹਉਮੈ ਸਭਾ ਗਣਤ ਹੈ, ਗਣਤੈ ਨੂੰ ਸੁਖ ਨਾਹੀ। ਬਿਖ ਕੀ ਕਾਰ ਕਮਾਵਣੀ, ਬਿਖ ਹੀ ਮਾਹੇ ਸਮਾਹੀ। ਬਿਖ ਕੀ ਹੈ ਜ਼ਹਿਰ, ਇਹ ਹਉਮੈ ਵੀ ਜ਼ਹਿਰ ਹੈ। ਹਉਮੈ ਦੇ ਅੰਦਰ ਜਿਤਨੀ ਕਾਰ ਕਮਾਵਾਂਗੇ ਨਾ, ਉਹ ਤਾਂ ਫਿਰ ਸਾਨੂੰ ਬਿਖ ਤੋਂ ਛੁਟਕਾਰਾ ਹੋਣ ਹੀ ਨਹੀਂ ਦੇਗੀ। ਬਿਖ ਹੀ ਮਾਹੇ ਸਮਾਏ, ਫਿਰ ਉਸ ਆਤਮਕ ਮੌਤ ਦੇਣ ਵਾਲੀ ਹਉਮੈ ਜ਼ਹਿਰ ਵਿੱਚ ਹੀ ਫਸੇ ਰਵਾਂ। ਬਿਨ ਨਾਮੈ ਠੌਰ ਨਾ ਪਾਏ ਨੀ, ਜੰਮਪੁਰ ਦੁਖ ਸਹਾਏ। ਭਾਈ ਬਿਨਾਂ ਪਰਮੇਸ਼ਰ ਦੇ ਨਾਮ ਨੂੰ ਜਪੇ ਤੋਂ ਠੌਰ ਨਾ ਪਾਏ ਨੀ। ਉਹ ਜੀਵ ਕਦੇ ਵੀ ਠੌਰ ਟਿਕਾਣਾ ਅਵਸਥਾ ਨਹੀਂ ਪ੍ਰਾਪਤ ਕਰ ਸਕਦਾ। ਔਰ ਨਤੀਜਾ ਕੀ ਨਿਕਲਦਾ ਕਿ ਜੰਮਪੁਰ ਦੁਖ ਸਹਾਏ। ਉਹ ਜੰਮਪੁਰੀ ਦੇ ਅੰਦਰ ਜਮਦੂਤਾਂ ਦੇ ਹੱਥੋਂ ਦੁੱਖ ਸਹਿੰਦੇ ਹਨ। ਸਹਾਏ ਸਹਿੰਦੇ ਹਨ, ਭਾਵ ਉਹਨਾਂ ਨੂੰ ਦੁੱਖ ਸਹਿਣ ਕਰਨੇ ਪੈਂਦੇ ਹਨ। ਹੁਣ ਉਹ ਆਖਣ ਮੈਂ ਆਹ ਕੀਤਾ, ਮੈਂ ਉਹ ਕੀਤਾ। ਮੈਨੂੰ ਇੱਕ ਛੋਟੀ ਜਿਹੀ ਸਾਖੀ ਯਾਦ ਆ ਰਹੀ ਹੈ। ਕਹਿੰਦੇ ਨੇ ਕੋਈ ਰਾਜਾ ਬੜਾ ਧਰਮੀ ਸੀ। ਜਿੱਥੇ ਉਹ ਲੋਕਾਂ ਦੀਆਂ ਹੋਰ ਸਹੂਲਤਾਂ ਸੁੱਖ ਦਿੰਦਾ, ਉੱਥੇ ਲੋਕਾਂ ਨੂੰ ਪਰਮਾਤਮਾ ਵਾਲੇ ਪਾਸੇ ਵੀ ਜੋੜਦਾ। ਉਹਨੇ ਇੱਕ ਐਲਾਨ ਕਰ ਰੱਖਿਆ ਸੀ ਕਿ ਭਾਈ ਜੇ ਕਿਸੇ ਨੇ ਦਾਨ ਵੇਚਣਾ ਹੋਵੇ ਤੇ ਮੇਰੇ ਕੋਲ ਆ ਜਾਓ। ਜਦੋਂ ਕੋਈ ਉਹਦੇ ਕੋਲ ਜਾਂਦਾ, ਉਹ ਉਹਨੂੰ ਬੜੇ ਪ੍ਰੇਮ ਨਾਲ ਸਮਝਾਉਂਦਾ, ਬਈ ਦਾਨ ਵੇਚਣ ਲਈ ਨਹੀਂ ਹੁੰਦਾ, ਤੂੰ ਦਾਨ ਕਿਉਂ ਵੇਚਦਾ ਹੈ। ਅਗਲੇ ਨੇ ਕਹਿਣਾ ਜੀ ਮੈਨੂੰ ਲੋੜ ਹੈ। ਭਾਈ ਜਿੰਨਾ ਤੈਨੂੰ ਪੈਸੇ ਚਾਹੀਦੇ ਨੇ ਲੈ ਜਾ, ਜਦੋਂ ਹੋਣਗੇ ਤੂੰ ਮੈਨੂੰ ਵਾਪਸ ਕਰ ਦੇ।
तो कई लोगों ਨੂੰ ਉਸਨੇ ਸਿੱਧੇ ਰਸਤੇ ਪਾਇਆ। ਇੱਕ ਬਹੁਤ ਵੱਡਾ ਸ਼ਾਹੂਕਾਰ ਕਿਸੇ ਨਗਰ ਵਿੱਚ ਰਹਿੰਦਾ ਸੀ, ਬੜਾ ਵੱਡਾ ਕਾਰੋਬਾਰੀ ਸੀ। ਜਦੋਂ ਬਹੁਤ ਅਮੀਰ ਸੀ ਉਸਨੇ ਕਈ ਦਾਨ ਕੀਤੇ ਸਨ। ਪਿੰਡ ਵਿੱਚ ਕੋਈ ਠਾकुर ਦੁਆਰਾ ਬਣਾਇਆ, ਕੋਈ ਪੁਲ ਬਣਾਇਆ, ਕੋਈ ਨਲਕਾ ਲਵਾਇਆ, ਕੋਈ ਸਕੂਲ ਬਣਵਾ ਦਿੱਤਾ, ਕਈ ਕੰਮ ਕੀਤੇ ਸਨ। ਕਿਸੇ ਕਾਰਨ ਉਹ ਗਰੀਬ ਹੋ ਗਿਆ ਤੇ ਗਰੀਬੀ ਦੀ ਹਾਲਤ ਵਿੱਚ ਬੜਾ ਦੁਖੀ ਹੈ। ਉਹਨੇ ਸੁਣਿਆ ਕਿ ਰਾਜਾ ਦਾਨ ਮੁੱਲ ਲੈਂਦਾ। ਉਹਨੂੰ ਆਪਣੇ ਕੀਤੇ ਹੋਏ ਦਾਨਾਂ ਉੱਤੇ ਬੜਾ ਮਾਣ ਸੀ। ਸੋਚਿਆ ਚਲੋ ਰਾਜੇ ਕੋਲ ਚਲਦੇ ਹਾਂ, ਇੰਨੇ ਕੀਤੇ ਹੋਏ ਦਾਨਾਂ ਵਿੱਚੋਂ ਕੋਈ ਇੱਕ ਦਾਨ ਵੇਚ ਦਿਆਂਗੇ, ਉਹਦੀ ਜੋ ਕੀਮਤ ਮਿਲੇਗੀ ਉਹਦੇ ਨਾਲ ਕਾਰੋਬਾਰ ਕਰਕੇ ਫਿਰ ਅਮੀਰ ਹੋ ਜਾਵਾਂਗੇ, ਫਿਰ ਦਾਨ ਕਰਦੇ। ਪਤਨੀ ਨੂੰ ਕਹਿਣ ਲੱਗਾ, ਭਲੀਏ ਲੋਕੇ ਮੈਨੂੰ ਸਵੇਰੇ ਸਵੇਰੇ 2 ਪ੍ਰਸ਼ਾਦੇ ਪਕਾ ਦੇ, ਮੈਂ ਅੱਜ ਰਾਜੇ ਨੂੰ ਮਿਲਣ ਜਾਣਾ ਹੈ। ਪਤਨੀ ਨੇ ਪ੍ਰਸ਼ਾਦੇ ਪਕਾ ਦਿੱਤੇ, ਪੌਣੇ ਵਿੱਚ ਬੰਨ੍ਹ ਦਿੱਤੇ, ਲੈ ਕੇ ਤੁਰ ਪਏ। ਜਿੱਥੇ ਕਿਧਰੇ ਰਾਹ ਵਿੱਚ ਪਾਣੀ ਦੇਖਿਆ, ਛਾਂ ਦੇਖੀ, ਬੈਠ ਗਿਆ। ਭੁੱਖ ਲੱਗੀ, ਖਾਣ ਲੱਗਾ। ਐਨ ਉਸ ਵੇਲੇ ਇੱਕ ਕੁੱਤੀ ਜਿਹਦੇ ਪਿੱਛੇ 4-5 ਕਤੂਰੇ ਸਨ, ਉਹ ਆ ਕੇ ਬੈਠ ਗਈ। ਉਹਨੇ ਦੇਖਿਆ, ਉਹਦੇ ਮਨ ਵਿੱਚ ਦਇਆ ਆਈ। ਉਹਨੇ 2 ਰੋਟੀਆਂ ਵਿੱਚੋਂ 1 ਰੋਟੀ ਕੁੱਤੀ ਨੂੰ ਪਾ ਦਿੱਤੀ। ਚਲੋ ਮੈਂ ਇੱਕ ਨਾਲ ਗੁਜ਼ਾਰਾ ਕਰ ਲਾਂਗਾ, ਪਰ ਕਿਉਂਕਿ ਕੁੱਤੀ ਦੀ ਲੋੜ ਜ਼ਿਆਦਾ ਸੀ, ਉਹਦੀਆਂ ਅੱਖਾਂ ਵਿੱਚ ਦੇਖ ਕੇ ਉਸਨੇ ਦੂਜੀ ਰੋਟੀ ਵੀ ਪਾ ਦਿੱਤੀ ਤੇ ਆਪ ਪਾਣੀ ਦਾ ਬੁੱਕ ਪੀ ਕੇ ਤੁਰ ਪਏ। ਚਲੋ ਮੈਂ ਸ਼ਹਿਰ ਵਿੱਚ ਜਾ ਕੇ ਕੁਝ ਖਾ ਲਵਾਂਗਾ। ਰਾਜੇ ਨੂੰ ਮਿਲਿਆ। ਰਾਜੇ ਨੇ ਬੜਾ ਆਦਰ ਕੀਤਾ, ਪੁੱਛਿਆ ਆਓ ਸੇਠ ਜੀ ਕਿਵੇਂ ਆਏ? ਆਂਦਾ ਜੀ ਮੈਂ ਸੁਣਿਆ ਤੁਸੀਂ ਦਾਨ ਮੁੱਲ ਲੈਂਦੇ ਹੋ ਤੇ ਮੈਂ ਜਦੋਂ ਅਮੀਰ ਸੀ ਬੜਾ ਦਾਨ ਕੀਤਾ, ਹੁਣ ਮੈਂ ਕਿਸੇ ਕਾਰਨ ਗਰੀਬ ਹੋ ਗਿਆ ਤੇ ਮੈਂ ਸੋਚਿਆ ਮੈਂ ਉਸ ਕੀਤੇ ਹੋਏ ਦਾਨ ਵਿੱਚੋਂ ਕੋਈ ਇੱਕ ਵੇਚ ਆਵਾਂ, ਜਿੰਨੇ ਪੈਸੇ ਮਿਲਣਗੇ ਉਹਦੇ ਨਾਲ ਕਾਰੋਬਾਰ ਕਰਕੇ ਫਿਰ ਅਮੀਰ ਹੋ ਜਾਵਾਂਗਾ, ਫਿਰ ਦਾਨ ਕਰ ਲਵਾਂਗਾ। ਤਾਂ ਮੈਂ ਅੱਜ ਤੁਹਾਡੇ ਕੋਲ ਦਾਨ ਵੇਚਣ ਆਇਆ। ਰਾਜੇ ਨੇ ਬੜਾ ਸਮਝਾਇਆ, ਦਾਨ ਵੇਚਣ ਲਈ ਨਹੀਂ ਹੁੰਦਾ, ਦਾਨ ਵੇਚੀ ਦਾ ਨਹੀਂ। ਜਿੰਨੇ ਤੁਹਾਨੂੰ ਪੈਸੇ ਚਾਹੀਦੇ ਨੇ ਮੇਰੇ ਕੋਲ ਲੈ ਜਾਓ, ਕਾਰੋਬਾਰ ਕਰੋ, ਜਦੋਂ ਹੋਣਗੇ ਦੇ ਦਿਆ। ਪਰ ਜਦੋਂ ਤੀਕਰ ਮਨੁੱਖ ਨੂੰ ਗਿਆਨ ਨਹੀਂ ਹੁੰਦਾ, ਉਦੋਂ ਤੀਕਰ ਉਸ ਨੂੰ ਕਿਸੇ ਦਾ ਉਪਦੇਸ਼ ਵੀ ਚੰਗਾ ਨਹੀਂ ਲੱਗਦਾ। ਕਹਿੰਦਾ ਨਹੀਂ ਮਹਾਰਾਜ, ਮੈਂ ਇਸ ਤਰ੍ਹਾਂ ਕਿਸੇ ਕੋਲੋਂ ਪੈਸੇ ਨਹੀਂ ਲੈਣੇ। ਉੱਠ ਕੇ ਤੁਰ ਪਿਆ। ਰਾਜਾ ਬੜਾ ਆਤਮਦਰਸ਼ੀ ਸੀ। ਕਹਿਣ ਲੱਗਾ ਸੁਣੋ ਸੇਠ ਜੀ, ਤੁਹਾਡਾ ਇੱਕ ਦਾਨ ਬਾਕੀ ਹੈ, ਉਹਦੀ ਕੀਮਤ ਇਤਨੀ ਜ਼ਿਆਦਾ ਹੈ ਕਿ ਜੇ ਮੈਂ ਆਪਣਾ ਰਾਜ ਵੀ ਦੇ ਦੇਵਾਂ ਫਿਰ ਵੀ ਉਹਦੀ ਕੀਮਤ ਨਹੀਂ ਦਿੱਤੀ ਜਾ ਸਕਦੀ। ਸੇਠ ਕਹਿਣ ਲੱਗਾ ਮਹਾਰਾਜ ਜਿਤਨੇ ਦਾਨ ਮੈਂ ਕੀਤੇ ਸਨ ਮੈਂ ਸਾਰੇ ਦੱਸ ਦਿੱਤੇ ਨੇ, ਹੁਣ ਮੇਰਾ ਕੋਈ ਦਾਨ ਬਾਕੀ ਨਹੀਂ। ਕਹਿਣ ਲੱਗੇ ਬਸ ਉਹੋ ਹੀ ਦਾਨ ਜੋ ਤੁਹਾਨੂੰ ਯਾਦ ਨਹੀਂ ਹੈਗਾ, ਜੋ ਤੁਸੀਂ ਭੁੱਲ ਗਏ ਹੋ, ਉਹਦੀ ਕੀਮਤ ਪੈ ਗਈ, ਪਰ ਉਹ ਕੀਮਤ ਬਹੁਤ ਜ਼ਿਆਦਾ ਹੈ। ਜੇ ਮੈਂ ਆਪਣਾ ਰਾਜ ਵੀ ਦੇ ਦੇਵਾਂ ਤਾਂ ਉਹਦੀ ਕੀਮਤ ਨਹੀਂ ਦਿੱਤੀ ਜਾ ਸਕਦੀ। ਹੁਣ ਉਹਨੂੰ ਸਮਝ ਆ ਗਈ ਉਹ ਦਾਨ ਕਿਹੜਾ ਸੀ। ਉਹ ਜਿਹੜੀਆਂ ਕੁੱਤੀ ਨੂੰ 2 ਰੋਟੀਆਂ ਪਾਈਆਂ ਸਨ। ਜਦੋਂ ਸਮਝ ਆਈ, ਆਖਿਆ ਹੁਣ ਮੈਂ ਇਹ ਦਾਨ ਵੇਚਦਾ ਹੀ ਨਹੀਂ, ਜਿਸ ਦੀ ਇੰਨੀ ਕੀਮਤ ਹੈ। ਤੋ ਕਹਿਣ ਤੋਂ ਮਤਲਬ ਅਸੀਂ ਲੋਕ ਚੰਗੇ ਕੰਮ ਕਰਦੇ ਹਾਂ, ਸਿਮਰਨ ਕਰਦੇ ਹਾਂ, ਨਾਮ ਜਪਦੇ ਹਾਂ, ਪਰ ਨਾਲ ਹੀ ਹਉਮੈ ਵੀ ਕਰਦੇ ਹਾਂ। ਤੇ ਗੁਰਦੇਵ ਕਹਿੰਦੇ ਨੇ ਹਉਮੈ ਸਭਾ ਗਣਤ ਹੈ, ਗਣਤੈ ਨੂੰ ਸੁਖ ਨਾਹੀ, ਬਿਖ ਕੀ ਕਾਰ ਕਮਾਵਣੀ, ਬਿਖ ਹੀ ਮਾਏ ਤੁਮਾਏ, ਬਿਨ ਨਾਵੇਂ ਠੌਰ ਨ ਪਾਏ ਨੀ, ਜੰਪੁਰ ਦੂਖ ਸਹਾਏ। ਫਿਰ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ, ਜਦੋਂ ਗਿਆਨ ਹੋ ਜਾਂਦਾ ਹੈ, ਫਿਰ ਜੀਓ ਪਿੰਡ ਸਭ ਤਿਸ ਦਾ, ਤਿਸੈ ਦਾ ਆਧਾਰ। ਫਿਰ ਮਨੁੱਖ ਨੂੰ ਸਮਝ ਆਉਂਦੀ ਇਹ ਜਿੰਦ ਵੀ ਉਸੇ ਦੀ ਦਿੱਤੀ ਹੋਈ ਹੈ, ਇਹ ਪਿੰਡ ਸਰੀਰ ਵੀ ਉਸ ਦਾ ਦਿੱਤਾ ਹੋਇਆ, ਔਰ ਉਸੇ ਦਾ ਮੈਨੂੰ ਆਸਰਾ ਹੈ। ਮੈਂ ਕੀ ਕਰ ਸਕਦਾ, ਮੈਂ ਤਾਂ ਕੁਝ ਕਰ ਹੀ ਨਹੀਂ ਸਕਦਾ। ਗੁਰ ਪ੍ਰਸਾਦੀ ਬੁਝੀਐ ਤਾਂ ਪਾਏ ਮੋਖ ਦੁਆਰ। ਬਸ ਫਿਰ ਗੁਰੂ ਦੀ ਕਿਰਪਾ ਹੋ ਜਾਂਦੀ।
ਜਦੋਂ ਗੁਰੂ ਦੀ ਕਿਰਪਾ ਨਾਲ ਬੁੱਝੀ ਹੈ, ਸਮਝ ਆ ਜਾਂਦੀ ਹੈ, ਤਾਂ ਤਦੋਂ ਪਾਏ ਮੋਖ ਦੁਆਰ। ਤਾਂ ਤੇ ਗੁਰਦੇਵ ਕਹਿੰਦੇ ਨੇ, ਹੇ ਪਿਆਰਿਓ, ਹਉਮੈ ਨਾ ਕਰੋ, ਗਿਣਤੀਆਂ ਨਾ ਕਰੋ। ਜੋ ਚੰਗਾ ਕੰਮ ਕਰਦੇ ਹੋ ਲੋਕਾਂ ਨੂੰ ਦੱਸਣ ਦਾ ਯਤਨ ਨਾ ਕਰੋ, ਬਲਕਿ ਨਾਨਕ ਨਾਮ ਸਲਾਹ ਤੂੰ ਅੰਤ ਨ ਭਾਰਾ ਵਾਰ। ਨਾਨਕ ਜੀ ਫਰਮਾਉਂਦੇ ਹਨ, ਤੂੰ ਉਸ ਪਰਮਾਤਮਾ ਦੇ ਨਾਮ ਨੂੰ ਜਪਿਆ ਕਰ ਤੇ ਨਾਮ ਦੁਆਰਾ ਉਸ ਨੂੰ ਸਲਾਹਿਆ ਕਰ, ਉਹਦੀ ਵਡਿਆਈ ਕਰਿਆ ਕਰ ਤੇ ਆਖਿਆ ਕਰ, ਹੇ ਵਾਹਿਗੁਰੂ, ਤੇਰਾ ਕੋਈ ਅੰਤ ਪਾਰਾਵਾਰ ਨਹੀਂ ਪਾ ਸਕਦਾ। ਬਸ ਜੇ ਤੂੰ ਇਸ ਪਾਸੇ ਤੁਰੇਂਗਾ, ਮਨ ਰੇ ਨਿਜ ਕਰਵਾਤਾ ਹੋਏ, ਰਾਮ ਨਾਮ ਸਾਲਾ ਤੂੰ ਫਿਰ ਆਮਣ ਜਾਣ ਨਾ ਹੋਏ। ਤੋ ਜੋ ਗੁਰੂ ਕੇ ਸ਼ਬਦ ਨੂੰ ਰਿੜਕਾਂਗੇ, ਵਿਚਾਰਾਂਗੇ, ਇਹ ਸਾਰੇ ਹੀਰੇ ਰਤਨ ਮੋਤੀ ਜਵਾਹਰਾਤ ਮਿਲ ਜਾਣਗੇ। ਐਵੇਂ ਨਹੀਂ ਗੁਰੂ ਨਾਨਕ ਸਾਹਿਬ ਨੇ ਕਿਹਾ, ਮੱਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਆਓ ਭਾਈ, ਗਿਣਤੀਆਂ ਮਿਣਤੀਆਂ ਤੋਂ ਉੱਚੇ ਉੱਠ ਕੇ ਸੇਵਾ ਵੀ ਕਰੋ, ਸਿਮਰਨ ਵੀ ਕਰੋ, ਪਰ ਕਦੇ ਕਿਸੇ ਨੂੰ ਇਹ ਦੱਸਣ ਦਾ ਯਤਨ ਨਾ ਕਰੋ।